ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੀ ਸ਼ੁਰੂਆਤ ਵੱਡੀ ਤੇ ਅਹਿਮ ਖਬਰ ਤੋਂ ਕਰ ਲੈਂਦੇ ਆ। ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ, ਪੰਜਾਬ ਦੇ ਵਿੱਚ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਲੋਕਾਂ ਨਾਲ। ਸਿੱਧੇ ਤੌਰ ਤੇ ਜਿਹੜਾ ਦਿੱਲੀ ਦਾ ਸਿਹਤ ਮਾਡਲ ਸੀ ਜਾਂ ਸਿੱਖਿਆ ਮਾਡਲ ਸੀ, ਉਹ ਪੰਜਾਬ ਦੇ ਵਿੱਚ ਵੇਚਿਆ ਗਿਆ। ਤਾਂ ਹੁਣ ਪੰਜਾਬ ਦੇ ਵਿੱਚ ਸਰਕਾਰ ਬਣ ਚੁੱਕੀ ਹੈ ਤੇ ਹੁਣ ਜਿਹੜਾ ਪੰਜਾਬ ਦਾ ਮਾਡਲ ਆ ਉਹ ਦੂਜਿਆਂ ਸੂਬਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ, ਖਾਸ ਕਰਕੇ ਰਾਜਸਥਾਨ ਦੇ ਵਿੱਚ ਉਹ ਅੱਜ ਮੌਜੂਦ ਹੈ, ਉੱਥੇ ਵੇਚਿਆ ਜਾ ਰਿਹਾ। ਕਿਵੇਂ ਵੇਖਦੇ ਹੋ? ਬਿਲਕੁਲ ਜਤਿੰਦਰ ਜੀ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ। ਕਿਸੇ ਸਮੇਂ ਭਾਜਪਾ ਨੇ ਗੁਜਰਾਤ ਮਾਡਲ ਪੂਰੇ ਦੇਸ਼ 'ਚ ਵੇਚਿਆ, ਬਿਲਕੁਲ, ਤੇ ਹੁਣ ਆਮ ਆਦਮੀ ਪਾਰਟੀ ਦਿੱਲੀ ਮਾਡਲ, ਪੰਜਾਬ ਮਾਡਲ ਦੇਸ਼ ਵੇਚਣ ਤੁਰੀ ਆ ਜੀ। ਤੁਸੀਂ ਥੋੜ੍ਹਾ ਜਿਹਾ ਜੇ ਪਿਛਾਂ ਜਾਓ ਤਾਂ ਜਦੋਂ ਦਿੱਲੀ ਮਾਡਲ ਨੂੰ ਆਧਾਰ ਬਣਾ ਕੇ ਪੰਜਾਬ 'ਚ, ਜਿਵੇਂ ਤੁਸੀਂ ਕਿਹਾ ਕਿ ਪ੍ਰਚਾਰ ਕੀਤਾ, ਸਿਹਤ ਦਾ ਗੱਲ ਗਣਾਈ, ਸਕੂਲਾਂ ਦੀ ਗਣਾਈ, ਪਾਣੀ ਬਿਜਲੀ ਦੀ ਗੱਲਾਂ ਗਣਾਈਆਂ, ਗਰੰਟੀਆਂ ਦਿੱਤੀਆਂ, ਤੇ ਉਹ ਤੋਂ ਬਾਅਦ ਸਰਕਾਰ ਆ ਗਈ। ਸਰਕਾਰ ਬਣਨ ਤੋਂ ਤੁਰੰਤ ਬਾਅਦ ਜਤਿੰਦਰ ਜੀ ਦੋ ਚੋਣਾਂ ਆਈਆਂ ਜਿਨ੍ਹਾਂ ਦੇ ਉੱਤੇ ਖਾਸ ਆਮ ਆਦਮੀ ਪਾਰਟੀ ਦਾ ਜ਼ੋਰ ਸੀ। ਮੈਂ ਉਹਨਾਂ ਚੋਣਾਂ ਦੇ ਹਵਾਲੇ ਜੇਕਰ ਗੱਲ ਕਰਾਂ, ਇੱਕ ਹਿਮਾਚਲ ਵਿਧਾਨ ਸਭਾ ਦੀ ਚੋਣ ਤੇ ਨਾਲ ਹੀ ਗੁਜਰਾਤ ਵਿਧਾਨ ਸਭਾ ਦੀ ਚੋਣ। ਆਮ ਆਦਮੀ ਪਾਰਟੀ ਨੇ ਦੋਵਾਂ ਥਾਵਾਂ ਦੇ ਉੱਤੇ ਚੋਣ ਲੜਨ ਦੇ ਲਈ ਪੂਰੇ ਬੋਰਡ ਲਾਤੇ, ਪ੍ਰਚਾਰ ਕਰਤਾ, ਜ਼ੋਰ ਜਮਾਏ ਸ਼ੁਰੂ ਕਰ ਦਿੱਤੀ। ਜਦੋਂ ਕਿ ਪੰਜਾਬ ਦੇ ਬਿਲਕੁਲ ਨਾਲ ਲੱਗਦਾ ਗਵਾਂਢੀ ਸੂਬਾ ਹੈ ਹਿਮਾਚਲ, ਪੰਜਾਬ ਦਾ ਅਸਰ ਉੱਥੇ ਬਹੁਤ ਛੇਤੀ ਜਾਂਦਾ ਹੈ, ਪੰਜਾਬ ਦਾ ਸੁਨੇਹਾ ਉੱਥੇ ਬਹੁਤ ਛੇਤੀ ਜਾਂਦਾ ਹੈ। ਪੰਜਾਬ ਦੇ ਲੋਕਾਂ ਦੀ ਸਾਂਝ ਹਿਮਾਚਲ ਨਾਲ ਹੈ, ਹਿਮਾਚਲ ਦੇ ਲੋਕਾਂ ਦੀ ਸਾਂਝ ਪੰਜਾਬ ਨਾਲ ਹੈ। ਕਾਰੋਬਾਰੀ ਆਦਾਨ ਪ੍ਰਦਾਨ, ਆਉਣ ਜਾਣ, ਰਿਸ਼ਤੇਦਾਰੀਆਂ, ਤੇ ਪੰਜਾਬੀ ਖਿੱਤਾ ਕਿੰਨਾ ਨਾਲ ਲੱਗਦਾ ਹਿਮਾਚਲ ਦਾ। ਸੋ ਇਹਦਾ ਮਤਲਬ ਆਮ ਆਦਮੀ ਪਾਰਟੀ ਕੋਲ ਜੇਕਰ ਕਿਤੇ ਸਭ ਤੋਂ ਵੱਧ ਸਪੇਸ ਬਣਦੀ ਸੀ ਤਾਂ ਹਿਮਾਚਲ 'ਚ ਬਣਦੀ ਸੀ ਕਿ ਪੰਜਾਬ ਵਾਲੀ ਸਰਕਾਰ ਜਿੰਨੀ ਵੱਡੀ ਗਿਣਤੀ 'ਚ ਬਣੀ ਆ, 92 ML 117 ਚਾਹੇ ਨੇ, ਇਸ ਲਈ ਅਸੀਂ ਹਿਮਾਚਲ ਦੇ ਵਿੱਚ ਚੰਗਾ ਦਬਦਬਾ ਬਣਾ ਸਕਦੇ ਹਾਂ। ਤੇ ਪਰ ਅਚਾਨਕ ਇੱਥੋਂ ਬੋਰੀ ਬਿਸਤਰਾ ਬੰਨ੍ਹ ਕੇ ਭੱਜ ਗਏ ਚੋਣਾਂ ਤੋਂ ਪਹਿਲੇ। ਮਤਲਬ ਪੂਰਾ ਮਾਡਲ ਜਿੱਥੇ ਵਿਕ ਸਕਦਾ ਸੀ ਉੱਥੇ ਵੇਚਿਆ ਨਹੀਂ ਗਿਆ, ਜਾਂ ਉੱਥੇ ਖੁਲਾਸਾ ਹੋ ਰਿਹਾ ਸੀ ਕਿ ਮਾਡਲ ਦੀਆਂ ਪਰਤਾਂ ਖੁੱਲ੍ਹ ਗਈਆਂ, ਤਾਂ ਕਰਕੇ ਗੁਜਰਾਤ ਭੱਜ ਗਏ। ਕੀ ਗੁਜਰਾਤ ਇਸ ਲਈ ਗਏ ਕਿ ਉੱਥੇ ਬੀਜੇਪੀ ਨੂੰ ਸਹਾਰਾ ਦੇਣਾ ਸੀ? ਕੀ ਇੱਥੇ ਹਿਮਾਚਲ 'ਚ ਨਹੀਂ? ਕਿਉਂਕਿ ਹਿਮਾਚਲ ਦੇ ਵਿੱਚ ਵੀ ਫਿਰ ਜੇਕਰ ਇਹ ਖੁੱਲ੍ਹ ਕੇ ਲੜਦੇ ਸ਼ਾਇਦ ਬੀਜੇਪੀ ਨੂੰ ਫਾਇਦਾ ਹੋ ਜਾਂਦਾ। ਹੁਣ ਬੇਸ਼ੱਕ ਕਾਂਗਰਸ ਵਾਪਸ ਆ ਗਈ, ਹਿਮਾਚਲ ਨੇ ਵੀ ਆਪਣੀ ਪਿਰਤ ਨੂੰ ਕਾਇਮ ਰੱਖਿਆ ਕਿ ਹਰ ਵਾਰ ਸਰਕਾਰ ਬਦਲ ਜਾਂਦੀ ਆ, ਪਰ ਕੀ ਬੀਜੇਪੀ ਲਈ ਇਹ ਜ਼ਰੂਰੀ ਸੀ ਕਿ ਹਿਮਾਚਲ ਹਾਰੀਏ ਚਾਹੇ ਜਿੱਤੀਏ, ਪਰ ਗੁਜਰਾਤ ਬਚਾਉਣਾ ਜ਼ਰੂਰੀ ਹੈ ਕਿਉਂਕਿ ਗੁਜਰਾਤ ਨਾਲ ਨਰਿੰਦਰ ਮੋਦੀ ਦਾ ਨਾਂ ਜੁੜਿਆ। ਕੀ ਆਮ ਆਦਮੀ ਪਾਰਟੀ ਉੱਥੇ ਮਾਡਲ ਵੇਚਣ ਗਈ ਸੀ, ਉੱਥੇ ਦਿਖਾਵੇ ਲਈ ਚੋਣ ਲੜਨ ਗਈ ਸੀ, ਬੀਜੇਪੀ ਨੂੰ ਫਾਇਦਾ ਦੇਣ ਗਈ ਸੀ, ਜਾਂ ਸੱਚਮੁੱਚ ਆਪਣੀ ਸ਼ਾਖ ਬਚਾਉਣ ਗਈ ਸੀ? ਸੋ ਇਹ ਚਰਚਾਵਾਂ ਹੁੰਦੀਆਂ ਰਹੀਆਂ, ਪਰ ਚਲੋ ਉੱਥੇ ਆਮਦ ਹੋ ਗਈ, ਚਾਹੇ 2 ਸੀਟਾਂ ਦੇ ਰੂਪ 'ਚ ਆਈ ਚਾਹੇ 3 ਦੇ ਰੂਪ 'ਚ ਆਈ, ਉੱਥੇ ਖਾਤਾ ਖੁੱਲ੍ਹ ਗਿਆ। ਪਰ ਇੱਧਰ ਹਿਮਾਚਲ ਦੇ ਵਿੱਚ ਤਾਂ ਬੋਰੀ ਬਿਸਤਰਾ ਬਿਲਕੁਲ ਬੰਨਿਆ ਗਿਆ। ਹੁਣ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ 5 ਸੂਬਿਆਂ ਦੀ ਚੋਣਾਂ ਨੇ, ਚਾਹੇ ਉਹ ਕਰਨਾਟਕਾ ਦੀ ਹੋਵੇ, ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ, ਚਾਹੇ ਛੱਤੀਸਗੜ੍ਹ ਦੀ ਹੋਵੇ, ਤੇ ਚਾਹੇ ਰਾਜਸਥਾਨ ਹੋਵੇ। ਹੁਣ ਪਤਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਛੱਤੀਸਗੜ੍ਹ 'ਚ ਵੀ, ਮੱਧ ਪ੍ਰਦੇਸ਼ 'ਚ ਵੀ, ਕਰਨਾਟਕਾ 'ਚ ਵੀ, ਰਾਜਸਥਾਨ 'ਚ ਵੀ ਇਹਨਾਂ ਬਾਰੇ ਸੋਚ ਰਹੀ ਆ, ਪਰ ਉਹਦਾ ਪੂਰਾ ਜ਼ੋਰ ਰਾਜਸਥਾਨ 'ਚ ਲੱਗਣ ਵਾਲਾ। ਕਹਿੰਦੇ ਉਹਨੂੰ ਲੱਗਦਾ ਕਿ ਰਾਜਸਥਾਨ ਸਾਡੇ ਲਈ ਸੌਫਟ ਟਾਰਗੇਟ ਹੋ ਸਕਦਾ। ਉੱਥੇ ਨੂੰ ਦੋ ਪਹਿਲੂ ਨੇ। ਕੀ ਉੱਥੇ ਆਮ ਆਦਮੀ ਪਾਰਟੀ ਸੱਚਮੁੱਚ ਜਿੱਤਣ ਲਈ ਲੜਨ ਜਾ ਰਹੀ ਆ, ਕਿ ਗੁਜਰਾਤ ਵਾਲੇ ਫਾਰਮੂਲੇ ਤਹਿਤ ਉੱਥੇ ਵੀ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਲਈ ਜਾ ਰਹੀ ਹੈ? ਕਿਉਂਕਿ ਲੈ ਦੇ ਕੇ ਉੱਥੇ ਦੇਖੋ ਦੋ ਚੀਜ਼ਾਂ ਨੇ। ਇੱਕ ਤਾਂ ਉੱਥੇ ਕਾਂਗਰਸ ਦੀ ਜਿਹੜੀ ਸਰਕਾਰ ਹੈ ਮੌਜੂਦਾ, ਉਹਦੇ ਅੰਦਰ ਬਹੁਤ ਖਿੱਚੋਤਾਣ ਹੈ, ਖਾਸ ਕਰ ਉੱਥੇ ਦੇ ਮੁੱਖ ਮੰਤਰੀ ਔਰ ਉਪ ਮੁੱਖ ਮੰਤਰੀ ਵਿਚਾਲੇ, ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਵਿਚਾਲੇ ਜਿਹੜੀ ਖਿੱਚੋਤਾਣ ਹੈ, ਉਹਦਾ ਫਾਇਦਾ ਬੀਜੇਪੀ ਵੀ ਚੁੱਕਣਾ ਚਾਹੁੰਦੀ ਹੈ, ਉਹਦਾ ਫਾਇਦਾ ਆਮ ਆਦਮੀ ਪਾਰਟੀ ਵੀ ਚੁੱਕਣਾ ਚਾਹੁੰਦੀ ਹੈ। ਪਰ ਜੇਕਰ ਦੋਏ ਧਿਰਾਂ ਲੜਦੀਆਂ ਨੇ ਉੱਥੇ ਪੂਰੀ ਜ਼ੋਰ ਜਮਾਇਸ਼ ਨਾਲ, ਤਾਂ ਉਹਦਾ ਫਾਇਦਾ ਸਿੱਧਾ ਬੀਜੇਪੀ ਨੂੰ ਹੋਣ ਦੇ ਆਸਾਰ ਬਣਦੇ ਨਜ਼ਰ ਆਉਂਦੇ ਨੇ। ਸੋ ਕੀ ਆਮ ਆਦਮੀ ਪਾਰਟੀ ਨੇ ਬੀਜੇਪੀ ਕੰਨੀ ਉਹ ਖੇਲਣਾ ਉੱਥੇ? ਦੇਖੋ ਫੈਸਲਾ ਤਾਂ ਲੋਕਾਂ ਨੇ ਕਰਨਾ। ਜੇ ਕਾਂਗਰਸ ਨੇ ਚੱਜ ਦੇ ਕੰਮ ਕੀਤੇ ਹੋਣਗੇ ਤਾਂ ਦੁਬਾਰਾ ਆ ਜਾਣਗੇ, ਜੇ ਪੰਜਾਬ 'ਚ ਕੀਤੇ ਹੁੰਦੇ ਤਾਂ ਆ ਜਾਂਦੇ। ਪੰਜਾਬ ਦੇ ਲੋਕਾਂ ਤਾਂ ਧੋਤੇ ਮੁੱਖ ਮੰਤਰੀ ਵੀ ਬਦਲ ਲਿਆ ਸੀ ਜਦੋਂ ਤੁਸੀਂ ਕੰਮ ਨਹੀਂ ਕੀਤੇ। ਪਰ ਇਹ ਸਾਰੇ ਦੇ ਦਰਮਿਆਨ ਜਿੰਨੀ ਤੇਜ਼ੀ ਨਾਲ ਪੰਜਾਬ ਵਾਲਾ ਮਾਡਲ, ਇਹ ਕੱਚਾ ਮਾਡਲ, ਇਹ ਦਿੱਲੀ ਵਾਲਾ ਮਾਡਲ ਇੱਥੇ ਲਿਆਂਦਾ, ਤੇ ਇੱਥੇ ਵਾਲਾ ਕੱਚਾ ਮਾਡਲ ਹਿਮਾਚਲ ਵੇਚਣ ਤੁਰ ਪਏ ਸੀ, ਗੁਜਰਾਤ ਵੇਚਣ ਤੁਰ ਪਏ ਸੀ। ਉਸੇ ਤਰ੍ਹਾਂ ਨੂੰ ਪਤਾ ਲੱਗ ਰਿਹਾ ਜੈਪੁਰ ਦੇ ਵਿੱਚ ਵੱਡੀ ਰੈਲੀ ਕਰਨੀ ਹੈ,
ਤੇ ਉੱਥੇ ਪੰਜਾਬੀਆਂ ਦਾ ਵੀ ਚੰਗਾ ਦਬਦਬਾ ਹੈਗਾ ਰਾਜਸਥਾਨ ਦੇ ਵਿੱਚ। ਜੀ ਪੰਜਾਬੀ ਬੈਲਟ ਵੀ ਖਾਸੀ ਲੱਗਦੀ। ਸਾਡੇ ਕਿੰਨੇ ਹੀ ਪਰਿਵਾਰ ਕਿਸਾਨੀ ਪਰਿਵਾਰਾਂ ਨੇ ਉੱਥੇ ਵੱਡੀਆਂ ਜ਼ਮੀਨਾਂ ਲੈ ਕੇ ਖੇਤੀ ਵੀ ਕਰਦੇ ਨੇ। ਬਿਲਕੁਲ ਸੋ ਆ ਕਿਸਾਨ ਅੰਦੋਲਨ ਦੌਰਾਨ ਆਪਸੀ ਸਾਂਝ ਵੀ ਬਹੁਤ ਵਧੀਆ, ਪੰਜਾਬ ਦੀ ਇੱਜ਼ਤ ਮਾਣ ਵੀ ਉੱਥੇ ਬਹੁਤ ਵਧਿਆ ਹੈ ਰਾਜਸਥਾਨ ਦੇ ਵਿੱਚ। ਸੋ ਇਸ ਲਈ ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਦੇ ਲਈ ਭਗਵੰਤ ਮਾਨ ਫੇਰ ਇੱਕ ਚਿਹਰਾ ਜੀ ਕਿ ਕੇਜਰੀਵਾਲ ਫੇਰ ਆਪਣੀ ਜੀਪ 'ਚ ਚੜਾ ਕੇ ਲੈ ਕੇ ਜਾਣਗੇ ਤੇ ਭਗਵੰਤ ਮਾਨ ਜੀ ਆਪਣੇ ਟੋਟਕੇ ਵੀ ਸੁਣਾਉਣਗੇ, ਕਿੱਸੇ ਕਹਾਣੀਆਂ ਵੀ ਸੁਣਾਉਣਗੇ ਤੇ ਪੰਜਾਬ ਵਾਲੇ ਇਸ਼ਤਿਹਾਰ ਵੀ ਦਿਖਾਉਣਗੇ। ਪੈਸਾ ਪੰਜਾਬ ਦਾ, ਖਜ਼ਾਨਾ ਪੰਜਾਬ ਦਾ, ਤੇ ਇਸ਼ਤਿਹਾਰ ਗੁਜਰਾਤ 'ਚ ਲੱਗੇ ਸੀ, ਉਸੇ ਤਰ੍ਹਾਂ ਰਾਜਸਥਾਨ 'ਚ ਲੱਗਣਗੇ। ਪੰਜਾਬ ਦੇ ਪੈਸੇ ਨੂੰ ਉੱਥੇ ਪਾਣੀ ਵਾਂਗ ਵਹਾਇਆ ਜਾਊਗਾ ਇਸ਼ਤਿਹਾਰਾਂ ਦੇ ਰਾਹੀਂ। ਸੋ ਇਸ ਲਈ ਮਾਡਲ ਬਿਲਕੁਲ ਵੇਚਿਆ ਜਾਣਾ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਇਹ ਮਾਡਲ ਕੱਚਾ ਹੋਵੇ, ਪੱਕਾ ਹੋਵੇ, ਅੱਧ ਬਾਟਾ ਹੋਵੇ, ਚਾਹੇ ਸੱਚਮੁੱਚ ਕੁਛ ਇਹਦੇ ਵਿੱਚੋਂ ਕੱਢਣਾ ਪਾਉਣ ਨੂੰ ਹੋਵੇ ਜਾਂ ਨਾ ਹੋਵੇ, ਪਰ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਇਹੀ ਦਿੱਲੀ ਮਾਡਲ ਨੂੰ ਪੰਜਾਬ ਲਿਆਂਦਾ, ਹੁਣ ਪੰਜਾਬ ਮਾਡਲ ਨੂੰ ਰਾਜਸਥਾਨ ਲੈ ਜਾਈਏ, ਸ਼ਾਇਦ ਸਾਡੇ ਪੈਰ ਲੱਗ ਜਾਣ। ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੀ ਆ ਜਾਂ ਉਹ ਸੱਚਮੁੱਚ ਬੀਜੇਪੀ ਨੂੰ ਫਾਇਦਾ ਪਹੁੰਚਾ ਰਹੀ ਹੈ, ਉਹਨਾਂ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ, ਕਿਉਂਕਿ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਹੈ। ਸੋ ਕੀ ਇਹ ਆਪਣੀ ਈਡੀ ਤੋਂ ਬਚਣ ਦੇ ਕੋਈ ਪਹਿਲ ਕਦਮੀਆਂ ਨੇ ਕਿ ਦੇਖੋ ਜੀ, ਇਸ ਤਾਂ ਤੁਹਾਨੂੰ ਗੁਜਰਾਤ 'ਚ ਵੀ ਸਾਰਾ ਦਿੱਤਾ ਸੀ, ਇੱਥੇ ਵੀ ਦੇ ਰਹੇ ਹਾਂ, ਤੁਸੀਂ ਸਾਡੇ ਤੇ ਕਾਰਵਾਈ ਨਾ ਕਰੋ, ਕੀ ਉਹਦੇ ਬਚਣ ਲਈ ਕੋਈ ਸਮਝੌਤਾ ਹੋ ਰਿਹਾ ਜਾਂ ਇਹ ਸੱਚਮੁੱਚ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ 24 'ਚ ਕੇਜਰੀਵਾਲ ਵੱਡਾ ਚਿਹਰਾ ਬਣ ਸਕਦੇ ਨੇ, ਉਹਦੇ ਲਈ ਸਾਨੂੰ ਸਾਰੇ ਸੂਬਿਆਂ 'ਚ ਜਾਣਾ ਚਾਹੀਦਾ, ਉਸ ਲਈ ਜਾ ਰਹੇ ਨੇ। ਤਾਂ ਇਹ ਸਾਰੇ ਤੱਥ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਣਗੇ। ਪਰ ਫਿਲਹਾਲ ਪੰਜਾਬ ਵਾਲਾ ਮਾਡਲ ਹੁਣ ਰਾਜਸਥਾਨ ਵੇਚਣਗੇ, ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਜੀ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਸੀਐਮ ਅਰਵਿੰਦ ਕੇਜਰੀਵਾਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਉੱਥੇ ਹੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਕੋਲ ਕੁਝ ਵਿਭਾਗ ਹੁੰਦੇ ਨੇ, ਪਰ ਉਹ ਵਿਭਾਗ ਆਪਣੇ ਕੋਲੇ ਨਹੀਂ ਰੱਖਦੇ। ਜਿਵੇਂ ਮਨੀਸ਼ ਸਿਸੋਦੀਆ ਹੁਣ ਜੇਲ੍ਹ ਦੇ ਵਿੱਚ ਨੇ, ਇਸੇ ਤਰ੍ਹਾਂ ਸਤਿੰਦਰ ਜੈਨ ਵੀ ਜੇਲ੍ਹ ਦੇ ਵਿੱਚ ਨੇ। ਕੁਝ ਵਿਭਾਗ ਉਹਨਾਂ ਦੇ ਕੋਲ ਆ ਗਏ ਸੀ ਪਰ ਉਹਨਾਂ ਨੇ ਵਾਪਸ ਕਰਤੇ, ਕਿਉਂ ਨਹੀਂ ਰੱਖ ਰਹੇ ਆਪਣੇ ਕੋਲ ਵਿਭਾਗ? ਦੇਖੋ ਜਤਿੰਦਰ ਜੀ, ਇਹ ਤੁਸੀਂ ਝਾਤ ਮਾਰ ਕੇ ਦੇਖੋ ਦੇਸ਼ ਦੇ ਸਮੁੱਚੇ ਸੂਬਿਆਂ ਦੇ ਵਿੱਚ ਜੀ ਜਿਹੜੇ ਸੂਬੇ ਦੇ ਵਿੱਚ ਜਿਹੜਾ ਵਿਅਕਤੀ ਮੁੱਖ ਮੰਤਰੀ ਆ, ਉਸ ਦੇ ਕੋਲ ਸਭ ਤੋਂ ਅਹਿਮ ਵਿਭਾਗ ਮੁੱਖ ਮੰਤਰੀ ਕੋਲ ਨੇ। ਜੀ ਆਪਾਂ ਪੰਜਾਬ ਦੀ ਉਹ ਗੱਲ ਕਰ ਲਈਏ ਜੀ, ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕੋਲ ਸਭ ਤੋਂ ਅਹਿਮ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਜੀ। ਬਿਲਕੁਲ ਠੀਕ ਹੈ ਨਾ। ਹੋਰ ਕਿੰਨੇ ਹੀ ਵਿਭਾਗ ਉਹਨਾਂ ਕੋਲ ਨੇ, ਜੇਲ੍ਹ ਵਾਲਾ ਖੁਦ ਦੇਖ ਰਹੇ ਨੇ ਹੁਣ। ਸੋ ਇਸ ਤਰ੍ਹਾਂ ਮੁੱਖ ਮੰਤਰੀ ਹਮੇਸ਼ਾ ਆਪਣੇ ਕੋਲ ਅਹਿਮ ਵਿਭਾਗ ਰੱਖਦੇ ਨੇ ਜੀ। ਪਰ ਪਹਿਲੇ ਦਿਨ ਤੋਂ ਅਰਵਿੰਦ ਕੇਜਰੀਵਾਲ ਇਸ ਨੁਕਤੇ ਚੱਲ ਰਹੇ ਨੇ ਕਿ ਮੈਂ ਆਪਣੇ ਕੋਲ ਕੋਈ ਵਿਭਾਗ ਨਹੀਂ ਰੱਖਣਾ, ਮੈਂ ਤਾਂ ਸਿਰਫ ਕੰਮ ਕਰਨਾ। ਫਿਰ ਕੰਮ ਕਿਹੜਾ ਕਰਨਾ ਭਾਈ? ਪ੍ਰਚਾਰ ਦਾ ਹੀ ਕੰਮ ਕਰਨਾ, ਚੋਣ ਪ੍ਰਚਾਰ ਦਾ ਹੀ ਕੰਮ ਹੈ ਤੁਹਾਡਾ, ਰੈਲੀਆਂ ਧਰਨੇ ਕਰਨਾ ਹੀ, ਰੋਡ ਸ਼ੋਅ ਕਰਨਾ ਹੀ, ਹੈ ਨਾ, ਹੱਥ ਹਿਲਾਉਣਾ ਹੀ, ਜਾ ਕੇ ਭਾਸ਼ਣ ਦੇਣਾ ਹੀ, ਰੋਣਾ ਹੀ, ਕੀ ਇਹੀ ਕੰਮ ਨੇ ਜੀ? ਜੇਕਰ ਤੁਸੀਂ ਵਿਭਾਗ ਨਹੀਂ ਰੱਖ, ਹੁਣ ਇਹਦੇ ਪਿੱਛੇ ਕੇਜਰੀਵਾਲ ਹੋਰਾਂ ਦੀ ਸੁਣੋਗੇ ਤਾਂ ਉਹਨਾਂ ਦੀ ਦਲੀਲ ਬੜੀ ਠੋਸ ਹੈ ਜੀ। ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਦੀ ਦਲੀਲ ਇਹ ਆ ਕਿ ਦੇਖੋ ਜੀ, ਮੈਂ ਕੋਈ ਵਿਭਾਗ ਨਹੀਂ ਰੱਖਦਾ ਕਿਉਂਕਿ ਮੈਨੂੰ ਕਿਹੜਾ ਕੋਈ ਖਾਣ ਦੀ ਲਾਲਸਾ ਹੈ। ਉਹ ਕਹਿਣਗੇ ਕਿ ਜੇ ਮੈਂ ਵਿਭਾਗ ਰੱਖਾਂ ਤਾਂ ਕੱਲ੍ਹ ਨੂੰ ਕਹਿਣਗੇ ਜੀ ਪਤਾ ਨਹੀਂ ਮੈਂ ਕੁਝ ਖਾਣਾ, ਮੈਂ ਤਾਂ ਕੁਝ ਲੈਣਾ ਹੀ ਨਹੀਂ ਜੀ, ਮੈਂ ਤਾਂ ਸਮਾਜ ਲਈ ਕਰਨਾ, ਲੋਕਾਂ ਲਈ ਕਰਨਾ। ਦੇਖੋ ਦਿੱਲੀ ਵਾਸੀ ਲਈ ਪਾਣੀ ਦੇਤਾ, ਬਿਜਲੀ ਦੇਤੀ, ਮੁਫਤ ਦੇਤੀ, ਹੁਣ ਬੇਸ਼ੱਕ ਉਹਦੇ ਵਿੱਚ ਖੇਡ ਹੋ ਰਹੀ ਹੈ, ਹੁਣ ਦਿੱਲੀ ਦੇ ਲੋਕਾਂ ਨੂੰ ਸਮਝ ਵੀ ਆਉਣ ਲੱਗੀ ਹੈ ਕਿ ਹਾਂ ਕੀ ਕੁਝ ਖੇਲਾ ਇਹਦੇ ਵਿੱਚ। ਸੋ ਇਸ ਲਈ ਉਹ ਇਹ ਦਿਖਾਉਣ ਦੇ ਲਈ ਕਿ ਕੱਟੜ ਇਮਾਨਦਾਰ, ਜਤਿੰਦਰ ਜੀ ਇਮਾਨਦਾਰ ਆਪਣੇ ਆਪ 'ਚ ਸੰਪੂਰਨ ਸ਼ਬਦ ਹੈ, ਬਿਲਕੁਲ ਉਹ 'ਚ ਕੱਟੜ ਇਮਾਨਦਾਰ ਕੀ ਹੋਇਆ ਫਿਰ? ਸੋ ਇਸ ਲਈ ਆਹ ਇੱਕ ਨਵੀਂ ਪਰਿਭਾਸ਼ਾਵਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ, ਉਹਦੇ ਵਿੱਚੋਂ ਇਹ ਅਰਵਿੰਦ ਕੇਜਰੀਵਾਲ ਆਪਣੇ ਆਪ ਦਿਖਾਉਂਦੇ ਨੇ ਕਿ ਮੈਂ ਤਾਂ ਕੱਟੜ ਇਮਾਨਦਾਰ ਹਾਂ ਜੀ। ਦੇਖੋ ਮੈਂ ਆਪਣੇ ਕੋਲ ਕੋਈ ਵਿਭਾਗ ਨਹੀਂ ਰੱਖਿਆ, ਕਿਸੇ ਵਿਭਾਗ ਦੀ ਮੇਰੇ ਕੋਲ ਲੈਣ ਦੇਣ ਨਹੀਂ। ਇਹਦਾ ਮਤਲਬ ਮੇਰੇ ਕੋਲ ਨਾ ਕੋਈ ਦਲਾਲ ਆਊਗਾ, ਨਾ ਕੋਈ ਏਜੰਟ ਆਊਗਾ, ਨਾ ਕੋਈ ਕਮਿਸ਼ਨ ਆਊਗਾ, ਮੇਰਾ ਕੋਈ ਸੰਬੰਧ ਨਹੀਂ, ਮੇਰਾ ਦਾਮਨ ਪਾਕ ਸਾਫ ਹੈ ਜੀ। ਬੜਾ ਚੰਗਾ ਲੱਗਦਾ, ਦਲੀਲ ਬੜੀ ਮਜ਼ਬੂਤ ਹੈ। ਬਿਲਕੁਲ। ਪਰ ਅਸਲ ਕਾਰਨ ਅਰਵਿੰਦ ਕੇਜਰੀਵਾਲ ਜੀ ਵੱਡੇ ਸਰਕਾਰੀ ਮੁਲਾਜ਼ਮ ਰਹੇ ਨੇ, ਵੱਡੇ ਅਧਿਕਾਰੀ ਰਹੇ ਨੇ, ਔਰ ਉਹ ਵੀ ਕਿਸ ਵਿਭਾਗ ਦੇ? ਇਨਕਮ ਟੈਕਸ ਵਿਭਾਗ 'ਚ। ਉਹ ਵਿਭਾਗ ਜਿਹੜਾ ਸਾਰੇ ਢੰਗ ਤਰੀਕੇ ਕੱਢ ਲੈਂਦਾ ਕਿ ਬੰਦਾ ਕਹੇ ਕਿ ਮੈਂ ਤਾਂ ਕੋਈ ਖਾਤੇ ਬਹੀ 'ਚ ਕੋਈ ਨੁਕਤਾ ਛੱਡਿਆ ਹੀ ਨਹੀਂ ਜੀ, ਉਹ ਤਾਂ ਵੀ ਕੱਢ ਲੈਂਦੇ ਨੇ ਕਿ ਭਾਈ ਇੱਥੇ ਤੇਰੇ ਦਸਤਖਤ ਹੋਏ ਨੇ, ਆਹ ਤੂੰ ਸਟੇਟਮੈਂਟ ਮੰਗੀ ਸੀ, ਆਹ ਕੰਪਨੀਆਂ ਤੂੰ ਡੀਲ ਕੀਤੀ ਸੀ, ਆਹ ਕੰਮ ਤੂੰ ਸਰਕਾਰ ਦਾ ਪਾਸ ਕੀਤਾ ਸੀ, ਆਹ ਵਿਭਾਗ ਤੋਂ ਇੰਨੇ ਫੰਡ ਲੈ ਕੇ ਇਹਨੂੰ ਦਿੱਤੇ ਸੀ। ਅਗਲੇ ਨੇ ਉਸ ਨੁਕਤੇ ਤੇ ਜਾਣ ਛੁੱਟ ਕੇ, ਚਾਹੇ ਬਾਅਦ ਚੋਂ ਨਿਕਲੇ ਨਾ ਕੁਛ, ਤੁਸੀਂ ਝਾਤ ਮਾਰ ਲਓ ਈਡੀ ਦੇ, ਇਨਕਮ ਟੈਕਸ ਦੇ, CBI ਦੇ 90% ਤੱਕ ਮਾਮਲੇ ਬਾਅਦ ਚੋਂ ਸਾਬਤ ਨਹੀਂ ਹੁੰਦੇ ਜਿਨ੍ਹਾਂ ਮਾਮਲੇ 'ਚ ਲੈ ਕੇ ਰੇਡ ਮਾਰੀ ਜਾਂਦੀ ਹੈ। 10% ਮਾਮਲੇ ਉਸ ਤਰ੍ਹਾਂ ਸਾਬਤ ਹੁੰਦੇ ਨੇ, ਬਾਕੀ ਮਾਮਲੇ ਰਾਹ 'ਚ ਦਮ ਤੋੜ ਜਾਂਦੇ ਨੇ, ਅਦਾਲਤਾਂ ਜਾ ਕੇ ਦਮ ਤੋੜ ਜਾਂਦੇ ਨੇ। ਪਰ ਇੱਕ ਵਾਰ ਤਾਂ ਹੱਲਣ ਦਾ ਮੱਚ ਜਾਂਦੀ ਹੈ ਨਾ ਕਿ CBI ਦੀ ਰੇਡ, ਇਨਕਮ ਟੈਕਸ ਦੀ ਰੇਡ, ED ਦੀ ਰੇਡ, ਉਹਦੇ ਨਾਲ ਮਤਲਬ ਬੰਦੇ ਦਾ ਅਕਸ ਇੱਕ ਵਾਰ ਉਹਦੇ ਵਿੱਚ ਫਰੇਮ 'ਚ ਆ ਜਾਂਦਾ ਕਿ ਲੈ ਵੀ ਇਹ ਤਾਂ ਇਹੋ ਜਿਹਾ ਜੀ। ਸੋ ਅਰਵਿੰਦ ਕੇਜਰੀਵਾਲ ਜਿਸ ਵਿਭਾਗ ਦੇ ਵੱਡੇ ਅਧਿਕਾਰੀ ਰਹੇ ਨੇ, ਉਸ ਵਿਭਾਗ ਨੂੰ ਪਤਾ ਹੁੰਦਾ ਹੈ ਕਿ ਉਹਨੇ ਕਿਹੜੇ ਨੁਕਤਿਆਂ ਤੋਂ ਫੜਨਾ। ਇਸ ਲਈ ਅਰਵਿੰਦ ਕੇਜਰੀਵਾਲ ਜਾਣਦੇ ਨੇ ਕਿ ਜਦੋਂ ਕੱਲ ਨੂੰ ਰੇਡ ਪਈ ਤਾਂ ਮੇਰੇ ਤੇ ਆਹ ਮਾਮਲਿਆਂ 'ਚ ਫੜਿਆ ਜਾ ਸਕਦਾ। ਇਸ ਲਈ ਮੈਂ ਜੇ ਵਿਭਾਗ ਹੀ ਨਹੀਂ ਕੋਲ ਰੱਖੂੰਗਾ ਤਾਂ ਮੈਂ ਦਸਤਖਤ ਵੀ ਨਹੀਂ ਕਿਤੇ ਕਰੂੰਗਾ, ਜੇ ਦਸਤਖਤ ਨਹੀਂ ਕਰੂੰਗਾ ਫਿਰ ਮੇਰੇ ਫੜੇ ਜਾਣ ਦਾ ਡਰ ਨਹੀਂ। ਸੋ ਇਸ ਲਈ ਉਹ ਨੁਕਤੇ ਤੇ ਚੱਲ ਰਹੇ ਨੇ। ਤੁਸੀਂ ਇਹ ਦੇਖੋ ਕਿ ਐਂ ਹੋ ਸਕਦਾ ਕਿ ਮੁੱਖ ਮੰਤਰੀ ਕੋਲ ਕੋਈ ਵਿਭਾਗ ਨਾ ਹੋਵੇ
ਤੇ ਉਪ ਮੁੱਖ ਮੰਤਰੀ ਕੋਲ 33 ਚੋਂ 18 ਵਿਭਾਗ ਹੋਣ, ਅੱਧੇ ਤੋਂ ਜ਼ਿਆਦਾ ਵਿਭਾਗ ਉਹਦੇ ਕੋਲੇ ਹੋਣ, ਮਤਲਬ ਇੱਕੋ ਬੰਦੇ ਕੋਲ, ਫਿਰ ਸਾਰਾ ਭਾਰ ਉਹਦੇ ਪਰੇ ਪਾਤਾ। ਫਿਰ ਕੱਲ ਨੂੰ ਬਾਕੀ ਵੀ ਸਾਰੇ ਮੰਤਰੀ ਕਹਿਣ ਕਿ ਨਹੀਂ ਜੀ ਅਸੀਂ ਵੀ ਕੇਜਰੀਵਾਲ ਸਾਹਿਬ ਤੁਹਾਡੇ ਨਕਸ਼ੇ ਕਦਮਾਂ ਤੇ ਚੱਲਣਾ ਹੈ, ਅਸੀਂ ਵਿਭਾਗ ਕੋਈ ਨਹੀਂ ਰੱਖਣਾ ਜੀ। ਫਿਰ ਸਰਕਾਰ ਕਾਹਦੇ ਲਈ ਚੁਣੀ ਹੈ ਭਾਈ? ਮੁੱਖ ਮੰਤਰੀ ਕਾਹਦੇ ਲਈ ਚੁਣਿਆ? ਮੰਤਰੀ ਕਾਹਦੇ ਲਈ ਚੁਣੇ ਨੇ? ਬਿਲਕੁਲ। ਸੋ ਜੇਕਰ ਤੁਹਾਨੂੰ ਡਰ ਲੱਗਦਾ ਹੈ ਲੋਕ ਪੱਖੀ ਕੰਮ ਕਰਨ ਲੱਗਿਆ, ਜਾਂ ਤੁਸੀਂ ਡਰਪੋਕ ਹੋ, ਜਾਂ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਜਿਵੇਂ ਉਹ ਆਪਣੇ ਆਪੇ ਕਹਿ ਲਿਆ ਕੱਟੜ ਮੰਦਰ। ਸੋ ਮਨੀਸ਼ ਸਿਸੋਦੀਆ ਕੋਲ ਜਿਹੜੇ 18 ਵਿਭਾਗ ਸੀ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਜੇਲ੍ਹ 'ਚ ਚਲੇ ਗਏ। ਇਸੇ ਤਰ੍ਹਾਂ ਸਤਿੰਦਰ ਜੈਨ ਅਸਤੀਫਾ ਦਿੰਦਾ ਨਹੀਂ ਸੀ, ਪਰ ਜਦੋਂ 9 ਮਹੀਨਿਆਂ ਬਾਅਦ ਹੁਣ ਮਨੀਸ਼ ਸਿਸੋਦੀਆ ਅੰਦਰ ਗਏ ਫਿਰ ਉਹ ਤੋਂ ਵੀ ਅਸਤੀਫਾ ਲੈ ਲਿਆ। ਜਦੋਂ ਇਹਨਾਂ ਦੋਵਾਂ ਤੋਂ ਅਸਤੀਫੇ ਹੋਏ ਤਾਂ ਕੁਝ ਵਿਭਾਗ ਖੁਦ ਆਪਣੇ ਕੋਲ ਰੱਖ ਲਏ ਸੀ ਕੇਜਰੀਵਾਲ ਨੇ ਚੰਦ ਦਿਨਾਂ ਲਈ। ਮੈਨੂੰ ਲੱਗਦਾ ਕਿ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਕਿਸੇ ਕਾਗਜ਼ ਤੇ ਸਾਈਨ ਕੀਤੇ ਹੋਣਗੇ, ਕੋਈ ਫੈਸਲਾ ਪਾਇਆ ਹੋਊਗਾ। ਜਦੇ ਨਵੇਂ ਮੰਤਰੀਆਂ ਦੀ ਮਨਜ਼ੂਰੀ ਲਈ, ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਦੋਵਾਂ ਨੂੰ, ਤੇ ਉਹਨਾਂ ਦੋਵਾਂ ਨੂੰ ਜਦੇ ਸਾਰੇ ਵਿਭਾਗ ਵੰਡਤੇ। ਕੁਝ ਵਿਭਾਗ ਹੋਰਾਂ ਨੂੰ ਵੰਡਦੇ ਸੀ, ਕੁਝ ਇਹਨਾਂ ਦੋਵਾਂ ਨੂੰ ਵੰਡਤੇ। ਸੋ ਹੁਣ ਵੀ ਅਰਵਿੰਦ ਕੇਜਰੀਵਾਲ ਕੋਲ ਕੋਈ ਵਿਭਾਗ ਨਹੀਂ ਹੈਗਾ। ਮੁੱਖ ਮੰਤਰੀ ਹੁੰਦਿਆਂ ਵੀ ਜੇਕਰ ਕੋਈ ਵਿਭਾਗ ਨਹੀਂ ਹੈਗਾ ਤਾਂ ਉਹ ਲੈ ਦੇ ਕੇ ਸਿਰਫ ਇਹੀ ਆ ਕਿ ਕਿਤੇ ਮੇਰੀ ਕਿਸੇ ਮਾਮਲੇ 'ਚ ਕੋਈ ਕਾਗਜ਼ੀ ਦਸਤਾਵੇਜ਼ੀ ਰੂਪ 'ਚ ਮੈਂ ਫਸ ਨਾ ਜਾਵਾਂ, ਕਿਤੇ ਮੇਰੀ ਗ੍ਰਿਫਤਾਰ। ਪਤਾ ਤਾਂ ਵੀ ਲੱਗ ਰਿਹਾ ਕਿ ਈਡੀ ਵਾਲਾ ਔਰ CBI ਵਾਲੇ ਸਕੰਜਾ ਕੱਸਣ ਨੂੰ ਫਿਰਦੇ ਨੇ ਸ਼ਰਾਬ ਪਾਲਿਸੀ ਦੇ ਹਵਾਲੇ ਨਾਲ, ਕਿਉਂਕਿ ਅਧਿਕਾਰੀ ਮੁਲਾਜ਼ਮ ਜਿਹੜੇ ਬਿਆਨ ਦੇ ਰਹੇ ਨੇ ਕਿ ਹਾਂ ਜੀ ਕੇਜਰੀਵਾਲ ਦੇ ਘਰੇ ਬੈਠਕ, ਹਾਂ ਜੀ ਮਨੀਸ਼ ਸਿਸੋਦੀਆ ਨੇ ਦੀ ਹਾਜ਼ਰੀ 'ਚ ਕਿਹਾ 5 ਤੋਂ 12% ਕਰ ਦਿਓ ਕਮਿਸ਼ਨ, ਹਾਂ ਜੀ ਕੇਜਰੀਵਾਲ ਨੂੰ ਸਾਰਾ ਕੁਝ ਪਤਾ। ਸਤਿੰਦਰ ਜੈਨ ਵੀ ਉੱਥੇ ਸੀ, ਉਹ ਸੁਦੇਸ਼ ਠੱਗ ਵੀ ਬੋਲੀ ਜਾਂਦਾ, ਕਹਿੰਦਾ ਜੀ ਰੌਲਾ ਪਾਈ ਜਾਂਦੇ ਨੇ ਕਿ ਮਨੀਸ਼ ਸਿਸੋਦੀਆ ਦੀ ਜਾਨ ਨੂੰ ਖਤਰਾ। ਕਹਿੰਦਾ ਕਿਹੜਾ ਖਤਰਾ? VIP ਸੈੱਲ 'ਚ ਰੱਖਿਆ ਵਾ, ਉਹ ਵੀ ਅੰਦਰ ਆ ਜੀ। ਇਸ ਲਈ ਹੁਣ ਇਹ ਸਾਰੇ ਤੱਥ, ਸੋ ਇਸ ਲਈ ਕੇਜਰੀਵਾਲ ਦੇ ਖਿਲਾਫ ਜਿਹੋ ਜਿਹੀ ਤੱਥ ਆ ਰਹੇ ਨੇ, ਜਿਹੋ ਜਿਹੇ ਸਬੂਤ ਆ ਰਹੇ ਨੇ, ਜਿਹੋ ਜਿਹੇ ਬਿਆਨ ਆ ਰਹੇ ਨੇ, ਜਾਂ ਸਰਕਾਰੀ ਗਵਾਹ ਬਣ ਰਹੇ ਨੇ, ਇਹਨਾਂ ਦੇ ਨੇੜਲੇ ਬੰਦੇ ਮਨੀਸ਼ ਸਿਸੋਦੀਆ ਦੇ ਖਾਸ ਬੰਦੇ ਹੁਣ ਸਰਕਾਰੀ ਗਵਾਹ ਬਣ ਰਹੇ ਨੇ, ਉਹ ਸਾਰੇ 'ਚ ਇੱਕ ਵਾਰ ਘੇਰਾਬੰਦੀ ਹੋ ਸਕਦੀ ਆ। ਹਾਂ, ਸਾਬਤ ਹੋਏਗਾ ਜਾਂ ਨਹੀਂ ਕੁਝ ਇਹ ਅਦਾਲਤ ਨੇ ਫੈਸਲਾ ਕਰਨਾ, ਇਹ ਤੱਥਾਂ ਸਬੂਤਾਂ ਦੇ ਆਧਾਰ ਤੇ ਹੁੰਦਾ। ਪਰ ਕੇਜਰੀਵਾਲ ਬਚ ਕੇ ਚੱਲਣਾ ਚਾਹੁੰਦੇ ਨੇ ਤੇ ਈਡੀ ਪਲ ਤੇ ਫਸਾਉਣਾ ਚਾਹੁੰਦੀ ਆ, ਦਬਾਉਣਾ ਚਾਹੁੰਦੀ ਆ। ਉਹਦੇ ਪਿੱਛੇ BJP ਦੀ ਰਾਜਨੀਤੀ ਵੀ ਕੰਮ ਕਰਦੀ ਆ। ਸੋ ਇਸੇ ਲਈ ਇਹ ਬਾਇਆ ਰਾਜਸਥਾਨ ਜਾ ਕੇ ਕਹਿੰਦੇ ਉਹਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਤੁਹਾਨੂੰ ਇੱਧਰੋਂ ਬਚਾ ਲੈਣਾ ਸਰਕਾਰ ਪੱਖੋਂ, ਤੁਸੀਂ ਮੈਨੂੰ ED CBI ਪੱਖੋਂ ਬਚਾ ਲਓ। ਕੀ ਇਹ ਵੀ ਕੋਈ ਸਮਝੌਤਾ ਹੋਣ ਜਾ ਰਿਹਾ? ਪਰ ਕੇਜਰੀਵਾਲ ਆਪਣੇ ਆਪ ਨੂੰ ਇਮਾਨਦਾਰ ਦਿਖਾਉਣ ਦੇ ਚੱਕਰ 'ਚ ਵਿਭਾਗਾਂ ਤੋਂ ਦੂਰੀ ਰੱਖਦੇ ਨੇ, ਪਰ ਇਹ ਮੁੱਖ ਮੰਤਰੀ ਵਾਲਾ ਫਰਜ਼ ਨਹੀਂ ਹੈ ਫਿਰ। ਬਿਲਕੁਲ। ਤਾਂ ਦੀਪ ਜੀ, ਅਜਨਾਲਾ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਤੋਂ ਬਾਅਦ 15 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਤੇ ਉਸ ਕਮੇਟੀ ਨੇ ਇੱਕ ਰਿਪੋਰਟ ਸੌਂਪਣੀ ਸੀ ਕਿ ਜਦੋਂ ਧਰਨੇ ਮੁਜ਼ਾਹਰੇ ਹੁੰਦੇ ਨੇ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਤਲਬ ਉਹਨਾਂ ਨੂੰ ਲੈ ਕੇ ਜਾਣਾ ਬੀੜ ਸਾਹਿਬ ਨੂੰ ਜਾਂ ਨਹੀਂ ਲੈ ਕੇ ਜਾਣਾ। ਇੱਕ ਕਮੇਟੀ ਬਣੀ ਸੀ, ਉਸਨੇ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਸੌਂਪਣੀ ਸੀ ਤੇ ਉਹ ਰਿਪੋਰਟ ਹੁਣ ਸੌਂਪ ਦਿੱਤੀ ਹੈ। ਕੀ ਲੱਗਦਾ ਹੈ ਕਿ ਜਦੋਂ ਰਿਪੋਰਟ ਦੇ ਵਿੱਚ ਕੀ ਹੋਏਗਾ, ਕੀ ਮਨਜ਼ੂਰ ਹੋਏਗਾ, ਲੈ ਕੇ ਜਾਣਾ ਜਾਇਜ਼ ਹੈ ਜਾਂ ਨਾਜਾਇਜ਼ ਹੋਏਗਾ? ਜਤਿੰਦਰ ਜੀ, 23 ਫਰਵਰੀ ਦੀ ਘਟਨਾ ਇਹ ਜੀ, ਜਦੋਂ ਅਜਨਾਲਾ ਵਿਖੇ ਥਾਣੇ ਦੇ ਵਿੱਚੋਂ ਛਡਾਉਣ ਦੇ ਲਈ ਅੰਮ੍ਰਿਤਪਾਲ ਹੋਰੀ ਆਪਣੇ ਸਾਥੀਆਂ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਸਣੇ ਉੱਥੇ ਲੈ ਕੇ ਗਏ। ਉਸ ਤੋਂ ਬਾਅਦ ਕੁਝ ਫੋਟੋਆਂ ਆਉਣ ਲੱਗੀਆਂ ਕਿ ਦੇਖੋ ਜੀ ਸ਼ੀਸ਼ੇ ਵੀ ਟੁੱਟੇ ਨੇ ਪਾਲਕੀ ਦੇ। ਸੋ ਇਸ ਲਈ ਉੱਥੇ ਕਿ ਤਾਂ ਖੰਡਿਤ ਹੋਣ ਵਾਲੀ ਗੱਲ ਵੀ ਹੋਈ ਹੈ। ਕੱਲ ਨੂੰ ਕੋਈ ਮੱਧਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਇੱਕ ਤਰ੍ਹਾਂ ਨਾਲ ਬੇਅਦਬੀ ਵਾਲਾ ਪਹਿਲਕਦਮੀ। ਸੋ ਇਸ ਨੂੰ ਲੈ ਕੇ ਦੋਹਰੀ ਚਰਚਾ ਛਿੜੀ। ਕੁਝ ਤਰ੍ਹਾਂ ਅੰਮ੍ਰਿਤਪਾਲ ਦੇ ਹੱਕ 'ਚ ਆ ਗਈਆਂ ਕਿ ਕੋਈ ਗੱਲ ਨਹੀਂ ਜੀ, ਗੁਰੂ ਦਾ ਆਸਰਾ ਲੈ ਕੇ ਤਾਂ ਫੌਜਾਂ ਵੀ ਚੱਲਦੀਆਂ, ਇਸ ਲਈ ਕੀ ਗਲਤ ਕਰ ਲਿਆ। ਦੂਸਰੇ ਪਾਸੇ ਕੁਝ ਸਿੱਖ ਜਥੇਬੰਦੀਆਂ, ਸਿੱਖ ਨੁਮਾਇੰਦੇ, ਸਿੱਖ ਤਰ੍ਹਾਂ ਨੇ ਇਸ ਮਸਲੇ ਸਵਾਲ ਵੀ ਖੜਾ ਕੀਤਾ ਕਿ ਤਾਂ ਗਲਤ ਹੈ, ਕੱਲ ਨੂੰ ਤੁਸੀਂ ਧਰਨੇ ਮੁਜ਼ਾਹਰੇ। ਇਹ ਪਹਿਲਾ ਵਰਤਾਰਾ ਨਹੀਂ ਹੈ। ਇਹ ਤੋਂ ਪਹਿਲਾਂ ਵੀ ਜੇਕਰ ਮੈਂ ਹੋਰ ਕਿਸੇ ਦੀ ਗੱਲ ਨਾ ਕਰਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥਾ ਗੁਰਚਰਨ ਸਿੰਘ ਟੌਹੜਾ, ਜਿਹੜੇ ਬੜੇ ਸਤਿਕਾਰਤ ਨੇ, ਬੜਾ ਉਹਨਾਂ ਦਾ ਮਾਣ ਸਤਿਕਾਰ ਹੈ ਅਜੇ ਵੀ, ਉਹਨਾਂ ਦੀ ਅਗਵਾਈ 'ਚ ਇੱਕ ਵਾਰ ਸਾਡੇ ਪਿੰਡ ਦੇ ਵਿੱਚ ਸਟੇਡੀਅਮ ਨੂੰ ਲੈ ਕੇ ਲੜਾਈ ਹੋ ਗਈ ਸੀ ਅਕਾਲੀਆਂ ਦੇ ਦੋ ਧੜਿਆਂ ਦੀ। ਇੱਕ ਪਾਸੇ ਅਕਾਲੀ ਸਰਕਾਰ ਵਾਲਾ ਧੜਾ ਸੀ, ਦੂਏ ਪਾਸੇ ਅਕਾਲੀ ਪੰਚਾਇਤ ਵਾਲਾ ਧੜਾ ਸੀ। ਪੰਚਾਇਤ ਧੜਾ ਸਰਕਾਰ ਨਾਲ ਚਲਾ ਗਿਆ, ਜਿਹੜਾ ਦੂਸਰਾ ਧੜਾ ਸੀ ਉਹ ਸਰਕਾਰ ਨਾਲ ਚਲਾ ਗਿਆ, ਜਿਹੜਾ ਪੰਚਾਇਤ ਸੀ ਉਹ ਟੌਹੜਾ ਸਾਹਿਬ ਨਾਲ ਸੀ। ਸੋ ਇਸ ਮਸਲੇ ਨੂੰ ਲੈ ਕੇ ਹਗਾਮਾ ਹੋ ਗਿਆ। ਪੰਚਾਇਤ ਕਹਿੰਦੀ ਸਟੇਡੀਅਮ ਨਵਾਂ ਬਣਿਆ, ਅਸੀਂ ਕਰਾਉਣਾ ਟੂਰਨਾਮੈਂਟ। ਜਿਹੜੀ ਸਰਕਾਰ ਨਾਲ ਧਿਰ ਸੀ, ਬਾਦਲਾਂ ਨਾਲ ਧਿਰ ਸੀ, ਕੈਪਟਨ ਕਮਲਜੀਤ ਹੋਰਾਂ ਨਾਲ ਧਿਰ ਸੀ, ਉਹ ਕਹਿੰਦੀ ਨਹੀਂ ਅਸੀਂ ਕਰਾਉਣਾ। ਤੇ ਉੱਥੇ ਫਿਰ ਹੁਣ ਫਾਰਮੂਲਾ ਪਤਾ ਨਹੀਂ ਟੌਹੜਾ ਸਾਹਿਬ ਨੇ ਸਮਝਾਇਆ ਜਾਂ ਟੌਹੜਾ ਸਾਹਿਬ ਨੂੰ ਬੰਦਿਆਂ ਨੇ ਦੱਸਿਆ ਕਿ ਆਪਾਂ ਐਂ ਕਰਨ ਲੱਗੇ ਜੀ। ਟੌਹੜਾ ਸਾਹਿਬ ਦੀ ਸਹਿਮਤੀ ਤੋਂ ਬਿਨਾਂ ਸਾਡੇ ਪਿੰਡ 'ਚ ਕੁਝ ਨਹੀਂ ਹੁੰਦਾ ਸੀ। ਤੇ ਇਹਦਾ ਮਤਲਬ ਉੱਥੇ ਜੀ ਕਹਿੰਦੇ ਐਂ ਕਰੋ, ਫਿਰ ਟੂਰਨਾਮੈਂਟ ਹੋਊਗਾ ਹੀ ਨਹੀਂ, ਕਬਜ਼ੇ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਖੋਲ ਦਿਓ। ਉਹ ਸਟੇਡੀਅਮ ਦੇ ਵਿੱਚ ਪਾਠ ਖੋਲ੍ਹਤਾ। ਜਦੋਂ ਭੋਗ ਪਿਆ ਤਾਂ ਸਕੀਮ ਇਹ ਸੀ ਕਿ ਜਿੱਦਾਂ ਹੀ ਭੋਗ ਪਊਗਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਿੱਦਾਂ ਹੀ ਗੁਰੂ ਘਰ ਲੈ ਕੇ ਜਾਵਾਂਗੇ ਤਦੇ ਮੈਚ ਸ਼ੁਰੂ ਕਰਾ ਦਿਓ। ਤੇ ਉਧਰੋਂ ਸਰਕਾਰ ਵਾਲੀ ਧਿਰ ਕਹਿੰਦੀ ਪੁਲਿਸ ਸਾਡੇ ਕੋਲ, ਤੰਤਰ ਸਾਡੇ ਕੋਲ, ਤੁਸੀਂ ਕਿਵੇਂ ਮੈਚ ਕਰਾ ਲਓਗੇ? ਸੋ ਕਹਿੰਦੇ ਫਿਰ ਫਾਰਮੂਲਾ ਇਹ ਆ ਕਿ ਭੋਗ ਪਾਈ, ਅਰਦਾਸ ਪੜ੍ਹੀ, ਮੁੱਖ ਵਾਕ ਲਿਆ ਤੇ ਦੁਬਾਰਾ ਫਿਰ ਪਾਠ ਆਰੰਭ ਕਰਤਾ, ਕਹਿੰਦੇ ਕਿ ਇੱਥੇ। ਸੋ ਇਸ ਲਈ ਫਿਰ ਟੂਰਨਾਮੈਂਟ ਅੱਡ ਦੋ ਥਾਵਾਂ ਤੇ ਹੋਏ ਤੇ ਪਾਠ ਸੁਣਨ ਫਿਰ ਕੋਈ ਨਹੀਂ ਆਇਆ। ਸੋ ਇਹ ਵੀ ਇੱਕ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦਿਖਾਉਣ ਵਾਲੀ ਗੱਲ ਆ ਕਿ ਤੁਸੀਂ ਉਹਦੀ ਆੜ ਲੈ ਰਹੇ ਹੋ। ਇਸੇ ਤਰ੍ਹਾਂ ਅਜਨਾਲੇ ਵਾਲਾ ਮਾਮਲਾ ਆ ਕਿ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਕਿ ਉਹਦੀ ਆੜ ਲੈਣੀ। ਸੋ ਇਸ ਨੂੰ ਲੈ ਕੇ ਮੁੱਦਾ ਬਣਿਆ ਤੇ ਵੱਖ-ਵੱਖ ਤਰ੍ਹਾਂ 'ਚ ਚਰਚਾ ਚੱਲੀ। ਇਸ ਚਰਚਾ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ, ਪੰਜ ਪਿਆਰੇ, ਸ਼੍ਰੋਮਣੀ ਕਮੇਟੀ, ਉਹ ਵੀ ਸਵਾਲਾਂ ਦੇ ਘੇਰੇ 'ਚ ਕਿ ਤੁਹਾਡੀ ਚੁੱਪ ਕਿਉਂ?
ਤੁਸੀਂ ਇਸ ਨੂੰ ਸਹੀ ਠਹਿਰਾਉਣਾ ਤਾਂ ਸਹੀ ਠਹਿਰਾਓ, ਤੁਸੀਂ ਇਸ ਘਟਨਾਕ੍ਰਮ ਨੂੰ ਗਲਤ ਠਹਿਰਾਉਣਾ ਤਾਂ ਗਲਤ ਠਹਿਰਾਓ, ਆਪਣੀ ਪ੍ਰਤੀਕਿਰਿਆ ਤਾਂ ਦਿਓ। ਜੀ ਉਸ ਪ੍ਰਤੀਕਿਰਿਆ ਨੂੰ ਲੈ ਕੇ ਜਦੋਂ ਸਵਾਲ ਆਇਆ ਤਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਰਾਏ ਕਰਕੇ ਚਰਚਾ ਕਰਕੇ ਇੱਕ ਕਮੇਟੀ ਦਾ ਗਠਨ ਕੀਤਾ ਜੀ 15 ਮੈਂਬਰੀ ਕਮੇਟੀ ਬਣਾਈ। ਉਸ ਕਮੇਟੀ ਨੂੰ ਕਹਿ ਕੇ 15 ਦਿਨਾਂ 'ਚ ਆਪਣੀ ਰਿਪੋਰਟ ਦਿਓ। ਕਰਨੈਲ ਸਿੰਘ ਪੀਰ ਮੁਹੰਮਦ ਹੋਰੀ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੰਮਾ ਸਮਾਂ ਆਗੂ ਰਹੇ, ਵੱਖ-ਵੱਖ ਦਲਾਂ 'ਚ ਘੁੰਮਦੇ ਫਿਰਦੇ ਵੀ ਰਹੇ, ਰਾਜਨੀਤਿਕ ਥਾਂ ਵੀ ਲੱਭਦੇ ਰਹੇ ਤੇ ਫਿਰ ਆਖਰ ਅਕਾਲੀ ਦਲ ਨਾਲ ਚਲੇ ਗਏ ਤੇ ਅੱਜ ਕੱਲ੍ਹ ਅਕਾਲੀ ਦਲ ਦੇ ਬੁਲਾਰੇ ਵੀ ਨੇ ਸਾਰਾ ਕੁਝ, ਤੇ ਇਸ ਲਈ ਫਿਰ ਉਹਨਾਂ ਨੂੰ ਕਮੇਟੀ ਦਾ ਕੋਆਰਡੀਨੇਟਰ ਲਾਤਾ ਤੇ ਉਹਨਾਂ ਦੇ ਨਾਲ ਫਿਰ ਜਿਵੇਂ ਵੱਖ-ਵੱਖ ਟਕਸਾਲਾਂ ਦੇ, ਵੱਖ-ਵੱਖ ਸੰਸਥਾਵਾਂ ਦੇ, ਵੱਖ-ਵੱਖ ਸਿੱਖ ਸੰਗਠਨਾਂ ਦੇ, ਨਿਹੰਗ ਦਲਾਂ ਦੇ ਉਹਨਾਂ ਦੇ ਨੁਮਾਇੰਦੇ ਨਾਲ ਲਾਏ, ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਨੁਮਾਇੰਦੇ ਨਾਲ ਲਾਏ, ਇਸੇ ਤਰ੍ਹਾਂ ਪੱਤਰਕਾਰਾਂ 'ਚੋਂ ਤਰਵਿੰਦਰ ਬੁੱਟਰ ਹੋਰੀ ਨਾਲ ਲਾਏ। ਉਹ ਸਾਰਿਆਂ ਦੀ ਇੱਕ ਮੀਟਿੰਗ ਫਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਜੀ। ਉਸ ਦੇ ਵਿੱਚ ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਔਰ ਰਾਏ ਤੋਂ ਬਾਅਦ ਇੱਕ ਸਾਂਝੀ ਰਾਏ ਬਣੀ ਜੀ। ਮੈਂਬਰਾਂ ਦੀ ਕੱਲੀ ਰਾਏ ਵੀ ਇਸ ਰਿਪੋਰਟ 'ਚ ਦਰਜ ਕੀਤੀ ਗਈ ਜੀ। ਫਿਰ ਉਸ ਕੱਲੀ ਰਾਏ 'ਚੋਂ ਮਿਲਾ ਕੇ ਸਾਂਝੀ ਰਿਪੋਰਟ ਬਣਾ ਕੇ ਇੱਕ ਸਾਂਝੀ ਮਤਲਬ ਕਿ ਸਲਾਹ ਵੀ ਦਰਜ ਕੀਤੀ ਗਈ। ਸੋ ਦੋ ਤਰ੍ਹਾਂ ਦੀ ਇਹ ਰਿਪੋਰਟ ਹੈ ਜਿਹਨੂੰ ਸੀਲਬੰਦ ਕੀਤਾ ਗਿਆ ਉੱਥੇ। ਸੀਲਬੰਦ ਕਰਨ ਤੋਂ ਬਾਅਦ ਸਾਰੀ ਕਮੇਟੀ ਨੇ ਉਹ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸੌਂਪਤੀ ਸੀ। ਕਰਨੈਲ ਸਿੰਘ ਪੀਰ ਮੁਹੰਮਦ ਹੋਰੀ ਕੱਲ ਅਕਾਲ ਤਖ਼ਤ ਸਾਹਿਬ ਪਹੁੰਚੇ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਔਰ ਉਹ ਸੀਲਬੰਦ ਰਿਪੋਰਟ ਉਹਨਾਂ ਨੂੰ ਸੌਂਪਤੀ। ਹੁਣ ਜਥੇਦਾਰ ਸਾਹਿਬ ਹੋਰੀ, ਪੰਜ ਪਿਆਰੇ, ਪੰਜ ਸਿੰਘ ਸਾਹਿਬਾਨ ਉਹ ਬੈਠਣਗੇ, ਉਸ ਰਿਪੋਰਟ ਨੂੰ ਖੋਲਣਗੇ, ਫਿਰ ਉਹਦੇ ਤੇ ਫੈਸਲਾ ਹੋਣਾ। ਸੋ ਲਿਫਾਫਾ ਬੰਦ ਰਿਪੋਰਟ ਹੈ ਪਰ ਤਾਂ ਵੀ ਕੁਛ ਨਾ ਕੁਛ ਤਾਂ ਬਾਹਰ ਪਤਾ ਲੱਗੇ ਜਾਂਦਾ ਨਾ। ਤੋਂ ਬੰਦ ਲਿਫਾਫੇ ਨੂੰ ਤੁਸੀਂ ਐਂ ਕਰਕੇ ਮਾਰੋ ਤਾਂ ਲਾਈਟ ਦੇ ਵਿੱਚੋਂ ਕੁਛ ਨਾ ਕੁਛ ਅੱਖਰ ਪੜ੍ਹ ਹੋ ਜਾਂਦੇ ਨੇ। ਸੋ ਉਸ ਹਵਾਲੇ ਨਾਲ ਇਹ ਅੱਖਰ ਪੜ੍ਹਨ ਵਾਲੀ ਉਹ ਗੱਲ ਹੈ ਕਿ ਇਹ ਗੱਲ ਬਾਹਰ ਆ ਰਹੀ ਹੈ ਕਿ ਹਾਂਜੀ ਇਸ ਰਿਪੋਰਟ ਦੇ ਵਿੱਚ ਬੇਸ਼ੱਕ ਵੱਖੋ-ਵੱਖ ਰਾਏ ਸੀ ਕੁਝ ਮੈਂਬਰਾਂ ਦੀ ਪਰ ਉਹਨਾਂ ਦੀ ਕੱਲੀ ਰਾਏ ਦਰਜ ਹੈ। ਉਹ ਕੱਲੀ ਰਾਏ ਵੀ ਪੰਜ ਸਿੰਘ ਸਾਹਿਬਾਨ ਆਪਣੇ ਹਵਾਲੇ ਨਾਲ ਪੜ੍ਹ ਸਕਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਸਾਂਝੀ ਰਿਪੋਰਟ ਹੈ ਫਿਰ ਉਹਦੇ ਵਿੱਚ ਇਹ ਗੱਲ ਕਹਿੰਦੀ ਉੱਭਰ ਕੇ ਆ ਰਹੀ ਹੈ ਕਿ ਬਿਲਕੁਲ ਗੁਰੂ ਸਾਹਿਬ ਦਾ ਆਸਰਾ ਲੈਣਾ, ਗੁਰੂ ਸਾਹਿਬ ਅੱਗੇ ਅਰਜ਼ੋਈ ਕਰਕੇ ਕਿਸੇ ਕਾਰਜ ਲਈ ਤੁਰਨਾ ਕੋਈ ਗਲਤ ਨਹੀਂ ਹੈ ਪਰ ਉਸ ਨੂੰ ਧਰਨੇ ਵਾਲੀ ਥਾਂ ਤੇ ਲੈ ਜਾਣਾ, ਉਹਨਾਂ ਨੂੰ ਕਿਸੇ ਪ੍ਰਦਰਸ਼ਨ ਵਾਲੀ ਥਾਂ ਤੇ ਲੈ ਜਾਣਾ, ਕਿਸੇ ਮੁਕੱਦਮੇ ਵਾਲੀਆਂ ਥਾਵਾਂ ਤੇ ਲੜਾਈ ਝਗੜੇ ਵਾਲੀ ਥਾਵਾਂ 'ਚ ਲੈ ਜਾਣਾ ਇਹ ਠੀਕ ਨਹੀਂ ਹੈ। ਸੋ ਅਜਿਹੀ ਗੱਲ ਅਜੇ ਉੱਭਰ ਰਹੀ ਆ ਪਰ ਇਹ ਕਹਿਣਾ ਅਜੇ ਜਲਦੀ ਹੋਏਗਾ ਜਦੋਂ ਤੱਕ ਜਥੇਦਾਰ ਸਾਹਿਬ ਉਸ ਰਿਪੋਰਟ ਨੂੰ ਪੜ੍ਹ ਕੇ ਖੁਲਾਸਾ ਨਹੀਂ ਕਰਦੇ ਜਾਂ ਉਹਨੂੰ ਜਨਤਕ ਨਹੀਂ ਕਰਦੇ ਜਾਂ ਪੰਥ ਦੇ ਸਾਹਮਣੇ ਨਹੀਂ ਲਿਆਉਂਦੇ, ਕੌਮ ਦੇ ਸਾਹਮਣੇ ਨਹੀਂ ਲਿਆਉਂਦੇ ਤਦ ਤੱਕ ਮਤਲਬ ਕਿ ਜਲਦੀ ਹੋਏਗੀ। ਪਰ ਪਤਾ ਇੰਨਾ ਕੁ ਲੱਗ ਰਿਹਾ ਜਤਿੰਦਰ ਜੀ ਕਿ ਇਸ ਮਸਲੇ ਤੇ ਬੇਸ਼ੱਕ 15 ਦੇ 15 ਮੈਂਬਰ ਕੁਝ ਬੋਲਣ ਲਈ ਤਿਆਰ ਨਹੀਂ ਹੈਗੇ। ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਕਿਉਂਕਿ ਮੀਡੀਆ ਨੇ ਸਭ ਨੇ ਉਹਨਾਂ ਦੇ ਬੂਹੇ ਖੜਕਾਏ ਨੇ ਪਰ ਉਹ ਕਹਿੰਦੇ ਇਸ ਮਸਲੇ ਤੇ ਪਰ ਫਿਰ ਵੀ ਅੰਮ੍ਰਿਤਸਰ ਰਿਪੋਰਟ ਪਹੁੰਚਣ ਤੋਂ ਬਾਅਦ ਇਹ ਤੱਥ ਪਤਾ ਲੱਗ ਰਹੇ ਨੇ ਇੰਨੇ ਕਿ ਇਹ ਉਹਦੇ ਵਿੱਚ ਲਗਭਗ ਤੈਅ ਕੀਤਾ ਸਾਰਿਆਂ ਨੇ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਉਸ ਦੀ ਪਵਿੱਤਰਤਾ, ਉਸ ਦਾ ਉੱਚ ਰੁਤਬਾ ਹੈ, ਉਸ ਦੀ ਅਗਵਾਈ ਕਰਨ ਵਾਲਾ ਜਿਹੜਾ ਸਥਾਨ ਹੈ ਜਾਂ ਜਿੱਥੇ ਉਹਨਾਂ ਦਾ ਆਦਰ ਸਤਿਕਾਰ ਜਿਵੇਂ ਬਣਦਾ ਉਹ ਬਰਕਰਾਰ ਰਹਿਣਾ ਜ਼ਰੂਰੀ ਹੈ। ਸੋ ਇਸ ਲਈ ਗੁਰਮਤਿ ਮਰਿਆਦਾ ਅਨੁਸਾਰ ਵੀ, ਸਿਧਾਂਤਕ ਤੌਰ ਤੇ ਵੀ, ਅਖਲਾਕੀ ਤੌਰ ਤੇ ਵੀ ਇਹ ਰਿਪੋਰਟ ਸ਼ਾਇਦ ਇਹੀ ਸੁਨੇਹਾ ਦੇਗੀ ਜਿਹੜੀ ਅੰਦਾਜ਼ਾ ਲੱਗ ਰਿਹਾ, ਜਿਹੜੇ ਤੱਥ ਪਤਾ ਲੱਗ ਰਹੇ ਨੇ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ, ਕਬਜ਼ੇ ਅਜਿਹੀਆਂ ਥਾਵਾਂ ਦੇ ਉੱਤੇ ਲੜਾਈ ਝਗੜੇ ਥਾਵਾਂ ਤੇ ਇਸ ਤਰ੍ਹਾਂ ਆੜ ਦੇ ਰੂਪ 'ਚ ਲੈ ਕੇ ਜਾਣਾ ਜਾਇਜ਼ ਨਹੀਂ ਹੋਏਗਾ। ਬਾਕੀ ਰਿਪੋਰਟ ਖੁੱਲ੍ਹਣ ਤੋਂ ਬਾਅਦ ਗੱਲਾਂ ਹੋਣਗੀਆਂ। ਬਿਲਕੁਲ ਤਾਂ ਦੀਪ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਬੀਜੇਪੀ ਪੱਬਾਂ ਭਾਰ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਗੁਪਤ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ। ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੰਤਰੀ ਰਾਜਨਾਥ ਸਿੰਘ ਦੇ ਕੰਨ ਦੇ ਵਿੱਚ ਵੀ ਘੁਸਰ-ਮੁਸਰ ਕੀਤੀ ਹੈ ਕੁਝ। ਜਤਿੰਦਰ ਜੀ ਬਿਲਕੁਲ ਬੀਜੇਪੀ ਹਰ ਟਾਈਮ 'ਚ ਚੋਣ ਮੋੜ 'ਚ ਰਹਿੰਦੀ ਹੈ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਤੁਸੀਂ ਪਿਛਲਾ ਕਾਰਜਕਾਲ ਦੇਖ ਲਓ ਜੀ, ਇਹ ਮੌਜੂਦਾ ਕਾਰਜਕਾਲ ਦੇਖ ਲਓ, ਤੁਹਾਨੂੰ ਉਹ ਪ੍ਰਧਾਨ ਮੰਤਰੀ ਘੱਟ ਪਾਰਟੀ ਦੇ ਬੁਲਾਰੇ, ਵਰਕਰ, ਰੈਲੀ ਪ੍ਰਚਾਰਕ, ਮੈਕ ਪਸੰਦ ਨੇਤਾ ਉਹ ਵੱਧ ਨਜ਼ਰ ਆਉਣਗੇ। ਮਤਲਬ ਜਿੱਥੇ ਮੈਕ ਦਿਖਿਆ ਨਹੀਂ ਤੇ ਉੱਥੇ ਉਹ ਸ਼ੁਰੂ ਹੋਏ ਨਹੀਂ, ਜਿੱਥੇ ਕੈਮਰਾ ਦਿਖਿਆ ਨਹੀਂ ਉੱਥੇ ਉਹਨਾਂ ਦੇ ਸਟਾਈਲ ਦੀਆਂ ਫੋਟੋਆਂ ਸ਼ੁਰੂ ਹੋਈਆਂ ਨਹੀਂ। ਸੋ ਇਸ ਲਈ ਉਹ ਮੈਨੂੰ ਤਾਂ ਲੱਗਦਾ ਕਿ ਕਈ ਵਾਰ ਬਾਲੀਵੁੱਡ ਹਾਲੀਵੁੱਡ ਦੇ ਐਕਟਰਾਂ ਨੂੰ ਫਿਕਰ ਪੈ ਜਾਂਦਾ ਹੋਣਾ ਕਿ ਸਾਡੀ ਥਾਂ ਨਾ ਲੈ ਲੈਣ ਮੋਦੀ ਜੀ ਰਿਟਾਇਰ ਹੋ ਕੇ, ਜਿੰਨੀ ਵਧੀਆ ਉਹ ਐਕਟਿੰਗ ਡਰਾਮਾ ਕਰ ਲੈਂਦੇ ਨੇ। ਸੋ ਇਸ ਲਈ ਉਹ ਹਮੇਸ਼ਾ ਉਹਦੇ ਲਈ ਤਿਆਰ ਰਹਿੰਦੇ ਨੇ। ਹੁਣ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਬੇਫਿਕਰ ਜੀ। ਪਾਰਟੀ ਕਹਿੰਦੀ ਆਪਣੇ ਕੋਲ ਵੇਚਣ ਲਈ ਨਰਿੰਦਰ ਮੋਦੀ ਹੈਗਾ, ਆਪਾਂ ਗੁਜਰਾਤ ਮਾਡਲ, ਦਿੱਲੀ ਮਾਡਲ, ਪੰਜਾਬ ਮਾਡਲ ਕੀ ਕਰਨਾ। ਮੋਦੀ ਦੇ ਨਾਂ ਤੇ ਤਾਂ ਨਗਰ ਨਿਗਮ ਦੀਆਂ ਚੋਣਾਂ ਤੱਕ ਲੜ ਲੈਂਦੇ ਨੇ। ਸੋ ਇਸ ਲਈ ਅਗਲੇ ਕਹਿੰਦੇ ਤਾਂ ਫਿਰ ਦੇਸ਼ ਦੀਆਂ ਚੋਣਾਂ ਜਿਹ 'ਚ ਮੋਦੀ ਨਹੀਂ ਪ੍ਰਧਾਨ ਮੰਤਰੀ ਬਣਨਾ ਜੇ ਚੋਣ ਲੜੂਗੀ ਪਾਰਟੀ, ਜੇ ਚੋਣ ਜਿੱਤੂਗੀ ਪਾਰਟੀ, ਇਸ ਲਈ ਕਹਿੰਦੇ ਇਹਦੇ ਨਾਂ ਤੇ ਹੀ ਲੜਨਾ। ਪਾਰਟੀ ਕਹਿੰਦੇ ਰਿਲੈਕਸ ਹੋ ਗਈ ਤੇ ਪਾਰਟੀ ਰਿਲੈਕਸ ਹੋਣ ਦੀਆਂ ਰਿਪੋਰਟਾਂ ਕਹਿੰਦੇ ਨਰਿੰਦਰ ਮੋਦੀ ਤੱਕ ਪਹੁੰਚ ਗਈਆਂ। ਮੋਦੀ ਨੇ ਫਿਰ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾਈ ਜਿਹਦੇ ਵਿੱਚ ਰਾਸ਼ਟਰੀ ਪ੍ਰਧਾਨ JP ਨੱਡਾ, ਜਿਹਦੇ ਵਿੱਚ ਅਮਿਤ ਸ਼ਾਹ ਪਹਿਲੇ ਪ੍ਰਧਾਨ ਵੀ ਰਹੇ ਨੇ, ਹੁਣ ਗ੍ਰਹਿ ਮੰਤਰੀ ਨੇ, ਰਾਜਨਾਥ ਸਿੰਘ। ਸੋ ਇਹ ਖਾਸ ਬੰਦੇ ਬਿਠਾਏ
ਤੇ ਉਹਨਾਂ ਨੂੰ ਫਿਰ ਨੁਕਤੇ ਸੁਝਾਉਣ ਲੱਗੇ ਨਰਿੰਦਰ ਮੋਦੀ ਜੀ ਕਹਿੰਦੇ ਜੀ ਬਾਕੀਆਂ ਨੂੰ ਪਿਛਾਂ ਕਰਕੇ ਉਹਨਾਂ ਦੀ ਕੁਰਸੀਆਂ ਥੋੜੇ ਨੇੜੇ ਕਰਾ ਲੀਆਂ, ਮੂੰਹ ਉਹਨਾਂ ਦੇ ਕੰਨਾਂ ਦੇ ਨੇੜੇ ਕਰਕੇ ਕਹਿੰਦੇ ਸ਼ਾਈਨਿੰਗ ਇੰਡੀਆ ਵੀ ਕੀਤਾ ਸੀ ਆਪਾਂ ਤੇ ਆਪਣੀ ਹਵਾ ਨਿਕਲ ਗਈ ਸੀ। ਕਹਿੰਦੇ ਸ਼ਾਈਨਿੰਗ ਇੰਡੀਆ ਦੇ ਵਿੱਚ ਜਦੋਂ ਆਪਾਂ ਨਾਅਰਾ ਦਿੱਤਾ ਤਾਂ ਸਾਰਿਆਂ ਨੂੰ ਲੱਗਦਾ ਸੀ ਕਿ ਵਾਜਪਾਈ ਦਾ ਤਾਂ ਮੁਕਾਬਲਾ ਹੀ ਨਹੀਂ ਕੋਈ, ਤੇ ਕਹਿੰਦੇ ਆਪਣੀ ਆਪਾਂ ਹਾਰ ਗਏ ਸੀ, ਇਸ ਲਈ ਐ ਨਾ ਹੋਵੇ ਤੁਹਾਨੂੰ ਲੱਗੇ ਮੋਦੀ ਦਾ ਕੋਈ ਮੁਕਾਬਲਾ ਨਹੀਂ, ਆਪਣੀ ਫੱਟੀ ਪੁੱਛੀ ਜਾਵੇ, ਕਿਉਂਕਿ ਵਿਰੋਧੀ ਧਿਰ ਤਾਂ ਕੋਈ ਨਜ਼ਰ ਨਹੀਂ ਆਉਂਦੀ। ਕਦੇ ਲੱਗਦਾ ਕਿ ਹਾਂ ਰਾਹੁਲ ਗਾਂਧੀ ਦੇ ਮਗਰ ਪਤਾ ਨਹੀਂ ਲੋਕ ਜਾਣਗੇ ਜਾਂ ਨਹੀਂ ਜਾਣਗੇ, ਪਹਿਲਾਂ ਪਾਰਟੀਆਂ ਨਹੀਂ ਇਕੱਠੀਆਂ ਹੋ ਰਹੀਆਂ, ਲੋਕ ਤਾਂ ਬਾਅਦ ਚੋਂ ਇਕੱਠੇ ਹੋਣ। ਇਸੇ ਤਰ੍ਹਾਂ ਕਦੇ ਲੱਗਦਾ ਕਿ ਕੇਜਰੀਵਾਲ ਦੇ ਮਗਰ ਜਾਣਗੇ, ਕਦੇ ਕਹਿੰਦੇ ਮਮਤਾ ਆ ਗਈ, ਕਦੇ ਸ਼ਰਦ ਪਵਾਰ ਆ ਗਿਆ, ਕਦੇ ਹੋਰ ਦਲ ਆ ਗਏ, ਸੋ ਕਦੇ ਨਤੀਸ਼ ਆ ਗਿਆ। ਸੋ ਇਸ ਲਈ ਕਹਿੰਦੇ ਰੋਲੇ ਦੇ ਵਿੱਚ ਬੀਜੇਪੀ ਨੂੰ ਲੱਗਣ ਲੱਗ ਗਿਆ ਕਿ ਆਪਣੇ ਕੋਲ ਤਾਂ ਬਹੁਤ ਬੜਾ ਚਿਹਰਾ ਹੈਗਾ, ਆਪਣੇ ਕੋਲ ਤਾਂ ਬਹੁਤ ਵੱਡਾ ਭਾਸ਼ਣਬਾਜ਼ ਹੈਗਾ, ਆਪਾਂ ਨੂੰ ਕਾਹਦਾ ਫਿਕਰ ਹੈ। ਤੇ ਮੋਦੀ ਜੀ ਨੇ ਕਹਿੰਦੇ ਫਿਰ ਅਮਿਤ ਸ਼ਾਹ ਨੂੰ, ਨੱਡੇ ਨੂੰ ਤੇ ਰਾਜਨਾਥ ਦੇ ਕੰਨ ਚ ਕਿਹਾ ਕਿ ਗੱਲ ਸੁਣ ਲਓ ਕੰਨ ਖੋਲ ਕੇ, ਤਿਆਰੀ ਕਰ ਲਓ ਪੂਰੀ, ਕਿਸੇ ਨੂੰ ਕਮਜ਼ੋਰ ਨਾ ਸਮਝਿਓ, ਕਿਸੇ ਨੂੰ ਕੁਛ ਨਾ, ਚਾਹੇ ਸਰਕਾਰ ਦੀਆਂ ਨੀਤੀਆਂ ਨੇ, ਚਾਹੇ ਸੰਘ ਵਾਲੇ ਬੰਦੇ ਨੇ, ਚਾਹੇ ਤੁਹਾਡੇ ਕੋਲ ਫੰਡ ਨੇ, ਜੋ ਕੁਛ ਹੈਗਾ ਪੂਰੀ ਤਿਆਰੀ ਕਰ ਲਓ, ਆਪਾਂ ਪੂਰੀ ਤਾਕਤ ਨਾਲ ਚੋਣ ਲੜਨੀ ਆ, ਭੁਲੇਖੇ 'ਚ ਨਾ ਰਹਿ ਜਾਓ। ਸੋ ਇਹਦਾ ਮਤਲਬ ਬੀਜੇਪੀ ਕੋਲ ਕੋਈ ਰਿਪੋਰਟਾਂ ਹੈਗੀਆਂ ਕਿ ਐਕਟੀ ਸਾਡੀ ਵਿਰੋਧੀ ਧਿਰ ਹੋਣ ਦੇ ਕੋਈ ਨਹੀਂ ਹੈਗੀ, ਵਿਰੋਧੀ ਧਿਰ ਤਾਕਤਵਰ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਰੋਸਾ ਸ਼ਾਇਦ ਸਾਡੇ ਪ੍ਰਤੀ ਹੈਗਾ। ਸੋ ਇਹਦਾ ਮਤਲਬ ਲੋਕ ਸਮਝਣ ਲੱਗੇ ਨੇ ਸਰਕਾਰੀ ਚਾਲਾਂ ਨੂੰ ਕਿ ਤੁਸੀਂ ਚੰਦ ਘਰਾਣਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਦੇਸ਼ ਹਵਾਲੇ ਕਰਨ ਲੱਗੇ ਪਏ ਹੋ, ਸਾਰੀ ਸਰਕਾਰੀ ਇਦਾਰੇ ਵੇਚਣ ਲੱਗੇ ਪਏ ਹੋ, ਸੋ ਉਹਦੇ ਵਿੱਚੋਂ ਲੋਕਾਂ ਨੂੰ ਰੋਸਾ ਪਨਪਰਿਆ ਤੇ ਲੋਕਾਂ ਨੂੰ ਉਲਝਾਈ ਰੱਖੋ ਜੀ, ਆ KYC ਪੈਨ ਕਾਰਡ ਦੀ ਕਰਾ ਲਓ, ਆਧਾਰ ਕਾਰਡ ਦੀ ਕਰਾ ਲਓ, ਇਹਦੇ ਨਾਲ ਜੋੜ ਲਓ, ਆ ਖਾਤੇ ਨਾਲ ਜੋੜ ਲਓ, ਆ ਤੁਹਾਡੀ ਗੱਡੀ ਦਾ ਰਹਿ ਗਿਆ ਜੀ। ਹਾਂ, ਲੋਕ ਮਤਲਬ ਛੋਟੇ ਛੋਟੇ ਮਸਲਿਆਂ 'ਚ ਉਲਝੇ ਨਾ, ਲੋਕਾਂ ਨੂੰ ਯਾਦ ਹੀ ਨਾ ਆਵੇ। ਸੋ ਇਸ ਉਲਝਣ 'ਚੋਂ ਕੱਢਣ ਦੇ ਲਈ ਹੁਣ ਮਤਲਬ ਕਿ ਨਰਿੰਦਰ ਮੋਦੀ ਨੂੰ ਲੱਗਦਾ ਕਿ ਸਾਨੂੰ ਆਪਣੀ ਪਾਰਟੀ ਦੀ ਡੁਗਡੁਗੀ ਵਜਾਉਣੀ ਪੈਣੀ ਹੈ। ਸੋ 2024 ਨੂੰ ਲੈ ਕੇ ਉਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਔਰ ਲੀਡਰਾਂ ਨੂੰ ਕਹਿ ਦਿੱਤਾ ਕਿ ਥੱਲੇ ਤੱਕ ਇਹ ਸੁਨੇਹਾ ਪਹੁੰਚਾ ਦਿਓ ਕਿ ਆਪਾਂ ਪੂਰੀ ਤਾਕਤ ਨਾਲ ਲੜਨਾ, ਇਹ ਨਹੀਂ ਸਮਝਣਾ ਕਿ ਵਨ ਸਾਈਡ ਕੇ ਮਤਲਬ ਕਿ ਮੈਚ ਹੈ, ਇੱਕ ਪਾਸੜ ਮੈਚ ਹੈ। ਸੋ ਇਸ ਲਈ ਕੁਸਰ ਮੁਸਰ ਜੀ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਸਟੇਜਾਂ ਤੋਂ ਨਜ਼ਰ ਆ ਜਾਏਗੀ। ਬਿਲਕੁਲ ਬਿਲਕੁਲ। ਤਾਂ ਦੇਖ ਜੀ, ਰਹਿੰਦੇ ਸਕਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਹਾਂ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਸੀ ਤਾਂ ਉਦੋਂ ਕਿਹਾ ਗਿਆ ਸੀ ਕਿ ਸੁਰੱਖਿਆ ਦੇ ਵਿੱਚ ਕਤਾਹੀ ਵਰਤੀ ਗਈ ਹੈ ਤੇ ਉਹ ਬਿਨਾਂ ਰੈਲੀ ਕੀਤੇ ਵਾਪਸ ਚਲੇ ਗਏ ਸੀ। ਤਾਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਹੈ। ਇਹ 5 ਜਨਵਰੀ 2022 ਦੀ ਘਟਨਾ ਹੈ ਜੀ। ਤੇ ਜਿਵੇਂ ਆਪਾਂ ਪਹਿਲੀ ਖਬਰ 'ਚ ਜ਼ਿਕਰ ਕਰਕੇ ਹਟੇ ਕਿ ਮੋਦੀ ਜੀ ਨੂੰ ਨਾਟਕ ਕਰਨਾ ਵੀ ਚੰਗਾ ਹੁੰਦਾ, ਸੋ ਉਸੇ ਤਰ੍ਹਾਂ ਦਾ ਨਾਟਕ ਕੁਝ ਇੱਥੇ ਪੰਜਾਬ 'ਚ ਨਜ਼ਰ ਆਇਆ ਸੀ ਲੋਕਾਂ ਨੂੰ। ਜੀ ਜਤਿੰਦਰ ਜੀ, ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਦੋਂ ਬੰਦਾ ਬੈਠਾ ਹੋਵੇ ਔਰ ਉਹਦੀ ਗੱਡੀ, ਉਹਦਾ ਕਾਫਲਾ ਕਿਤੇ ਰੁਕ ਜਵੇ ਤਾਂ ਕੁਝ ਤਕਨੀਕੀ ਨੁਕਤੇ ਨੇ ਕਿ ਤੁਸੀਂ ਪੁਲ ਦੇ ਉੱਤੇ ਕਿਸੇ ਇੱਕ ਥਾਂ ਦੇ ਉੱਤੇ ਗੱਡੀ ਕਿੰਨੇ ਮਿੰਟ, 3 ਮਿੰਟ 5 ਮਿੰਟ ਤੋਂ ਵੱਧ ਨਹੀਂ ਰੋਕਣੀ ਤੇ ਉੱਥੇ ਖੜੀ ਰਹੇ 10-10 ਮਿੰਟ। ਫਿਰ ਜਿਹੜੀ ਸੁਰੱਖਿਆ ਨੇ ਉਹਦੇ, ਉਹ ਸੁਰੱਖਿਆ ਕਰਮੀ ਨੇ ਇਸ ਤਰ੍ਹਾਂ ਖੜਨਾ ਹੁੰਦਾ ਕਿ ਕਿਸੇ ਵੀ ਐਂਗਲ ਤੋਂ ਤੁਸੀਂ ਦੇਖੋ ਤੁਹਾਨੂੰ ਸ਼ੀਸ਼ੇ ਦੇ ਅੰਦਰੋਂ ਬੈਠਾ ਵਿਅਕਤੀ ਨਜ਼ਰ ਨਹੀਂ ਆਉਣਾ ਚਾਹੀਦਾ ਤਾਂ ਕਿ ਉਹ ਟਾਰਗੇਟ ਨਾ ਹੋ ਜਾਵੇ। ਤੇ ਪਰ ਇੱਥੇ ਗੱਡੀ ਪੁਲ ਦੇ ਉੱਤੇ ਲੰਮਾ ਸਮਾਂ ਖੜੀ ਵੀ ਰਹੀ ਔਰ ਸਿਕਿਉਰਿਟੀ ਗਾਰਡਾਂ ਨੂੰ ਇਸ ਤਰ੍ਹਾਂ ਪਰੇ ਵੀ ਕਰਾਇਆ ਕਿ ਫੋਟੋ ਵੀ ਆ ਜਾਵੇ ਮੇਰੀ, ਮੈਂ ਅੰਦਰ ਬੈਠਾ ਵੀ ਦਿਖ ਜਾਵਾਂ। ਸੋ ਫੋਟੋਆਂ ਚੱਲੀਆਂ ਵੀ, ਬਾਅਦ ਚੋਂ ਨੁਕਤਾ ਵੀ ਚਲਾਇਆ, ਆਪਣੇ ਮੁੱਖ ਮੰਤਰੀ ਕੋ ਬੋਲ ਦੇਣਾ ਮੈਂ ਜਿੰਦਾ ਵਾਪਿਸ ਲੌਟ ਰਹਾ ਹੂੰ, ਧੰਨਵਾਦ। ਤੇ ਉਸ ਸਮੇਂ ਚੰਨੀ ਨਾਲ ਲੋਕਾਂ ਦਾ ਰੋਸਾ ਸੀ, ਕਾਂਗਰਸ ਨਾਲ ਰੋਸਾ ਸੀ, ਪਰ ਉਸ ਸਮੇਂ ਚੰਨੀ ਦੇ ਲਏ ਸਟੈਂਡ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਉਸ ਤੋਂ ਲੈ ਕੇ ਹੁਣ ਤੱਕ ਚੱਲੀ ਜਾਂਦੀ ਹੈ ਉਹਦੀ ਰਿਪੋਰਟ ਕਿ ਦੱਸੋ ਜੀ ਕੌਣ ਜ਼ਿੰਮੇਵਾਰ। ਕੁਝ ਅਧਿਕਾਰੀ ਨਾਮਜ਼ਦ ਕੀਤੇ ਨੇ, ਫਿਰੋਜ਼ਪੁਰ ਦੇ SSP ਨੂੰ ਨਾਮਜ਼ਦ ਕੀਤਾ ਹੈ, ਉਸ ਸਮੇਂ ਦੇ ਪੁਲਿਸ ਮੁਖੀ ਨੂੰ ਨਾਮਜ਼ਦ ਕੀਤਾ ਹੈ, ਚੀਫ ਸੈਕਟਰੀ ਨੂੰ ਉਸ ਸਮੇਂ ਦੇ ਨਾਮਜ਼ਦ ਕੀਤਾ ਹੈ ਤੇ ਉਹਨਾਂ ਸਾਰਿਆਂ ਨੂੰ ਲੈ ਕੇ ਕੋਰਟ ਨੇ ਇੱਕ ਕਮੇਟੀ ਬਣਾਈ। ਉਸ ਕਮੇਟੀ ਦੇ ਵੱਲੋਂ ਇੱਕ ਰਿਪੋਰਟ ਆ ਗਈ। ਉਸ ਰਿਪੋਰਟ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਐਕਸ਼ਨ ਲਿਆ। ਸੋ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਹੁਣ ਰਿਪੋਰਟ ਬਣਾ ਕੇ ਭੇਜੇਗੀ ਤਾਂ ਕਿ ਅਸੀਂ ਦੱਸ ਸਕੀਏ ਕਾਰਵਾਈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਚੰਨੀ ਵਾਲੇ ਇਸ ਘਟਨਾਕ੍ਰਮ ਸਮੇਂ ਹੋਏ ਘਟਨਾਕ੍ਰਮ ਲਈ ਮਾਫੀ ਤੱਕ ਮੰਗ ਚੁੱਕੇ ਨੇ। ਸੋ ਇਸ ਲਈ ਹੋ ਸਕਦਾ ਕਿ ਹੁਣ ਉਸ ਸਮੇਂ ਦੇ ਅਧਿਕਾਰੀਆਂ ਤੇ ਕੋਈ ਕਾਰਵਾਈ ਹੋ ਜਾਵੇ ਔਰ ਰਾਜਨੀਤਿਕ ਲੀਡਰਾਂ ਤੱਕ ਵੀ ਸਵਾਲ ਆ ਜਾਵੇ, ਪਰ ਜਦ ਕਿ ਅਜਿਹਾ ਖਤਰੇ ਵਾਲਾ ਕੋਈ ਮਸਲਾ ਨਹੀਂ ਸੀ ਜਿਸ ਨੂੰ ਮਤਲਬ ਕਿ ਕੁਝ ਰਾਜਨੀਤਿਕ ਤਰ੍ਹਾਂ ਦਾ ਕਹਿਣਾ ਕਿ ਕੋਈ ਖਤਰਾ ਨਹੀਂ ਸੀ। ਇਹ ਜਾਣਬੁੱਝ ਕੇ ਮੋਦੀ ਦੇ ਪ੍ਰਚਾਰ ਦਾ ਇੱਕ ਤਰੀਕਾ। ਜੀ ਬਿਲਕੁਲ ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਜਨਾਰਥਾ ਜੀ ਨਾਲ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।